ਸਿੰਘ ਉਹਨਾਂ ਨੇ ਬਾਣੀ ਪੜ੍ਹੀ ਸੀ। ਉਹਦੇ ਵਿੱਚ ਆਇਆ ਸੀ ਸ਼ੇਰ ਸਿੰਘ ਦੇ ਥਾਂ ਮੂਰਤ ਸੂਰਤ ਆਉਣੀ ਬ੍ਰਾਹਮਣ ਗੌੜ ਦੀ। ਇਹ 24 ਨੰਬਰ ਗ੍ਰੰਥ ਦੀ ਲਿਖਤ ਹੈ। 23 ਨੰਬਰ ਗ੍ਰੰਥ 'ਚ ਪਰਮੇਸ਼ਰ ਨੇ ਲਿਖਿਆ, ਮੇਰੇ ਬਿਨ ਹੋਰ ਨਹੀਂ ਬ੍ਰਾਹਮਣ ਗੌੜ। ਅਸੀਂ ਇਹਨਾਂ ਲਿਖਤਾਂ ਨੂੰ ਵਾਚਣਾ ਹੈ, ਮਿਲਾਉਣਾ ਹੈ। ਪਹਿਲਾਂ ਪਰਮੇਸ਼ਰ ਨੇ ਕਿਹਾ, ਸ਼ੇਰ ਸਿੰਘ ਦੇ ਥਾਂ ਮੂਰਤ ਸੂਰਤ ਆਉਣੀ ਬ੍ਰਾਹਮਣ ਗੌੜ ਦੀ। 23 ਨੰਬਰ ਗ੍ਰੰਥ ਦੇ ਵਿੱਚ ਲਿਖਤ ਹੈ, ਕਵੈਤ ਦੀ ਹੈ ਸ਼ਾਇਦ, ਉਹਦੇ ਵਿੱਚ ਹੈ, ਮੇਰੇ ਬਿਨ ਹੋਰ ਨਹੀਂ ਬ੍ਰਾਹਮਣ ਗੌੜ। ਹੁਣ ਤੁਸੀਂ ਆਪ ਹਿਸਾਬ ਲਾ ਲਓ, ਕੀ ਪਰਮੇਸ਼ਰ ਨੇ ਕੋਈ ਕਸਰ ਛੱਡੀ? ਚਲੋ, ਮੈਂ ਜਿਹੜਾ ਲੇਖ ਲੈ ਕੇ ਚੱਲਿਆ, ਜਦੋਂ ਗੋਬਿੰਦ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ, ਉੱਥੇ ਮਾਤਾ ਗੁਜਰੀ ਨੇ 70 ਸਿੱਖ ਨਾਲ ਸਨ। ਮਾਤਾ ਗੁਜਰੀ ਨੇ ਉਹਨਾਂ ਨੂੰ ਇੱਕ ਇੱਕ ਫੁਲਕਾ ਗੰਢਾ ਤੇ ਚਾਰ ਵਰਤਾਇਆ। ਉਹ ਵਿਹਾਰ ਕਿਸੇ ਨੂੰ ਪਤਾ ਨਹੀਂ ਸੀ। ਗੋਬਿੰਦ ਪਾਤਸ਼ਾਹ ਤੋਂ ਬਾਅਦ 250-300 ਸਾਲ ਬੀਤ ਗਏ। ਕਿਹਨੂੰ ਪਤਾ ਸੀ ਸ਼ਬਦ ਨੂੰ ਜਾਂ ਅਕਾਲ ਪੁਰਖ ਨੂੰ? ਉਹੀ ਵਿਹਾਰ ਪਰਮੇਸ਼ਰ ਨੇ ਬਾਬੂਪੁਰ ਕੀਤਾ। ਇਹ ਲਿਖਤਾ ਹੈ, 25 ਜੇਠ 66 ਸੰਮਤ 6 ਬਾਬੂਪੁਰ ਘਰੋਂ ਨਿਕਲ ਕੇ ਵਾਪਸੀ ਤੇ ਘਰੋਂ ਨਜ਼ਦੀਕ ਹੀ ਜ਼ਿਲ੍ਹਾ ਗੁਰਦਾਸਪੁਰ। ਪਹਿਲਾਂ ਘਰੋਂ ਬਾਹਰ ਗਏ, ਫਿਰ ਵਾਪਸੀ ਉਸੇ ਟਾਈਮ ਵਾਪਸ ਆਏ। ਲਿਬਾਸ ਕੀ ਬਣਾਇਆ? ਫਕੀਰਾਂ ਵਾਲਾ। ਕਿਰਪਾ ਕਰੇ ਸ੍ਰੀ ਭਗਵਾਨ, ਭਗਵਾਨ ਆਪਣੀ ਦਇਆ ਕਮਾਈਆ। ਬਾਬੂਪੁਰ ਅੱਲੜ ਪਿੰਡੀ ਕਰ ਕਰ ਪੱਕੇ ਭਗਵਾਨ। ਕੋਈ ਦੋਨਾਂ ਪਿੰਡਾਂ ਦੇ ਵਿੱਚ ਸਿਰਫ ਅੱਧੇ ਕਿਲੋਮੀਟਰ ਦਾ ਫਰਕ ਹੈ ਰਾਵੀ ਦੇ ਉੱਤੇ। 25 ਜੇਠ ਖੁਸ਼ੀ ਬਣਾਈ ਆ। ਸਾਹਿਬ ਸਤਿਗੁਰ 5 ਗੁਰਮੁਖ ਨਾਲ ਲੈ ਕੇ ਮੰਗਣ ਆਏ ਦਾਨ। ਸਾਹਿਬ ਸਤਿਗੁਰ 5 ਗੁਰਮੁਖ ਨਾਲ ਲੈ ਕੇ ਮੰਗਣ ਆਏ ਦਾਨ। ਇੱਕ ਇੱਕ ਫੁਲਕਾ ਝੋਲੀ ਦੇਣਾ ਪਾਈਆ। ਹੁਕਮ ਹੋਇਆ ਬਈ ਜਦੋਂ ਮਹਾਰਾਜ ਫੁਲਕਾ ਮੰਗਣ ਆਏ, ਜਿਹਦੇ ਵੀ ਦਰ 'ਤੇ ਆਉਣਗੇ, ਉਹਨਾਂ ਨੇ ਕੀ ਕਰਨਾ? ਇੱਕ ਇੱਕ ਫੁਲਕਾ ਝੋਲੀ ਦੇਣਾ ਪਾਈਆ। ਅਚਾਰ ਗੰਢਾਂ ਨਾਲ ਨੂੰ ਦੇਣਾ ਖਾਣ। ਹੋਰ ਵਸਤ ਨਾ ਕੋਈ ਉਠਾਈਆ। ਮਿਹਰਬਾਨ ਹੋਏ ਮਿਹਰਬਾਨ, ਮਿਹਰ ਨਜ਼ਰ ਨਾਲ ਤਰਾਈਆ। ਜੋਤੀ ਜੋਤ ਸਰੂਪਾ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸੱਚਾ ਹਰ, ਸੱਚ ਦਾ ਮੇਲਾ ਲੈ ਮਲਾਈਆ। ਜਨ ਭਗਤੋ ਭਗਵਾਨ ਬਣੇ ਦਰ ਭਿਖਾਰੀ। ਗੱਲ ਕਿੱਧਰ ਨੂੰ ਜਾਂਦੀ ਆ? ਜਨ ਭਗਤੋ ਭਗਵਾਨ ਬਣੇ ਦਰ ਭਿਖਾਰੀ। ਮੰਗਤ ਹੋ ਕੇ ਦਰ ਦਰ ਮੰਗਣ ਆਈ ਆ। ਲੋਕ ਲੱਜਿਆ ਲਾ ਕੇ ਸਾਰੀ। ਬਾਪੂ ਦਲੀਪ ਸਿੰਘ ਹੁਣੀ ਦੱਸਦੇ ਹੁੰਦੇ, ਉਹਨਾਂ ਨੇ ਵਿਹਾਰ ਦੇਖਿਆ। ਮਹਾਰਾਜ ਨੇ ਉਹ ਗਿਲਟੀ ਕਹਿੰਦੇ ਹੁੰਦੇ ਸੀ, ਐਂ ਗਿਲਟੀ ਪਾ ਲਈ, ਬਗਲੀ ਹੱਥ 'ਚ ਇਹ ਫੜ ਲਈ, ਇਸ ਤਰ੍ਹਾਂ ਦਾ ਲਿਬਾਸ ਬਣਾਇਆ। ਲੋਕ ਲੱਜਿਆ ਲਾ ਕੇ ਸਾਰੀ। ਆਪਣੀ ਆਪ ਛੱਡੇ ਵਡਿਆਈ ਆ। ਤੁਹਾਡੇ ਗ੍ਰਹਿ ਵੇਖ ਜਾਏ ਬਲਹਾਰੀ। ਬਲ ਬਲ ਆਪਣਾ ਆਪ ਕਰਾਈ ਆ। ਸਭ ਨੇ ਪਿੱਛਿਆ ਪਾਉਣੀ, ਢਹਿ ਕੇ ਚਰਨ ਦੁਆਰੀ। ਪਿੱਛਿਆ ਪਾਉਣੀ, ਪਰਮੇਸ਼ਰ ਨੂੰ ਨਮਸਕਾਰ ਕਰਨੀ, ਚਰਨਾਂ 'ਤੇ ਢਹਿਣਾ। ਸਭ ਨੇ ਪਿੱਛਿਆ ਪਾਉਣੀ,
ਢਹਿ ਕੇ ਚਰਨ ਦੁਆਰੀ ਧੂੜੀ ਖਾਕ ਲਗਾਈਆ। ਜੋਤੀ ਜੋ ਸਰੂਪਾ ਆਪ ਆਪਣੀ ਕਿਰਪਾ ਕਰ ਸਿਰ ਆਪਣਾ ਹੱਥ ਟਿਕਾਈਆ। ਪਿੱਛਿਆ ਮੰਗੇ ਪਰਮ ਪੁਰਖ ਪ੍ਰਭ ਰਾਤੀ। ਉਥੇ ਬਾਬੂਪੁਰ ਕੌਣ ਸੀ? ਪਰਮ ਪੁਰਖ ਪ੍ਰਭ। ਪਿੱਛਿਆ ਮੰਗੇ ਪਰਮ ਪੁਰਖ ਪ੍ਰਭ ਰਾਤੀ। ਦਰ ਦਰ ਅਰਖ ਜਗਾਈਆ। ਮੁਖੋਂ ਕਹੇ ਖੈਰ ਪਾਓ ਮੈਂ ਤੁਹਾਡਾ ਸਾਥੀ। ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ। ਕਿੰਨੀ ਵਡਿਆਈ ਪਰਮੇਸ਼ਰ ਨੇ ਆਪਾਂ ਨੂੰ ਦਿੱਤੀ। ਤੁਸੀਂ ਮੇਰੇ ਮੈਂ ਤੁਹਾਡੀ ਜਾਤੀ ਦੂਜਾ ਨਜ਼ਰ ਕੋਏ ਨਾ ਆਈਆ। ਜੋ ਖੈਰ ਪਾਏ ਸੋ ਹੱਥ ਮਾਰੇ ਉੱਤੇ ਪ੍ਰਭ ਦੀ ਛਾਤੀ। ਹੁਣ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਉਹ ਬੰਦਾ ਸੀ ਫਲਾਨਾ ਸੀ ਹੈਂ। ਉਹ ਲਿਖਿਆ ਪ੍ਰਭ ਦੀ ਛਾਤੀ, ਪ੍ਰਭ ਹਾਜ਼ਰ ਸੀ। ਜੋ ਖੈਰ ਪਾਏ ਸੋ ਹੱਥ ਮਾਰੇ ਉੱਤੇ ਪ੍ਰਭ ਦੀ ਛਾਤੀ। ਉਂਗਲਾਂ ਪੰਜ ਸੁਹਾਈਆ। ਇਹ ਅਚਰਜ ਖੇਲ ਤਮਾਸ਼ੀ ਹਰ ਕਰਤਾ ਆਪ ਕਰਾਈਆ। ਜੋਤੀ ਜੋ ਸਰੂਪਾ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਾਰ। ਨੇ ਕਲੰਕ ਨਾਰਾਇਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ। ਸੱਚ ਸੱਚ ਦਾ ਬਣ ਕੇ ਸਾਕੀ ਸੱਜਣ ਤੁਰਦਾ ਇੱਕ ਅਖਵਾਈਆ। ਗੁਰ ਅਵਤਾਰ ਪੈਗੰਬਰ ਕਹਿਣ ਸਾਡਾ ਸ਼ਗਨ ਦਾ ਹੋਇਆ ਵਿਹਾਰ। ਉੱਥੇ ਸ਼ਗਨ ਪਿਆ ਗੁਰੂ ਅਵਤਾਰ ਪੈਗੰਬਰਾਂ ਨੂੰ ਇਕੱਠੇ ਕੀਤਾ ਗਿਆ ਰਾਵੀ ਦੇ ਕੰਢੇ ਤੇ। ਇਹ 25 ਮਾਘ ਦੀ ਲਿਖਤਾ। ਇਹ 19 ਮਾਘ ਨੂੰ ਹੁਕਮ ਹੋਇਆ ਸ਼ਬਦੀ ਧਾਰ ਅਵਤਾਰ ਪੈਗੰਬਰ ਗੁਰੂ ਰਾਵੀ ਤੇ ਇਕੱਠੇ ਹੋਣਗੇ। ਉਹਨਾਂ ਦੇ ਸ਼ਗਨ ਪੈਣਾ ਹੈ। ਗੁਰ ਅਵਤਾਰ ਪੈਗੰਬਰ ਗੁਰ ਕਹਿਣ ਸਾਡਾ ਸ਼ਗਨ ਦਾ ਹੋਇਆ ਵਿਹਾਰ। ਜਨ ਭਗਤਾਂ ਗੰਢ ਪਵਾਈਆ। ਤੁਰਦਾ ਨਾਤਾ ਜੁੜਿਆ ਨਾਲ ਨਿਰੰਕਾਰ। ਉਹਨਾਂ ਦਾ ਨਾਤਾ ਕਿਹਦੇ ਨਾਲ ਜੁੜਿਆ? ਨਿਰੰਕਾਰ ਦੇ ਨਾਲ। ਉੱਥੇ ਬਾਬੂਪੁਰ ਨਿਰੰਕਾਰ ਹਾਜ਼ਰ ਸੀ। ਕਰ ਸਾਚੇ ਵਜੇ ਵਧਾਈਆ। ਖੁਸ਼ੀਆਂ ਵਿੱਚ ਖਾ ਕੇ ਗੰਢਾ ਅਚਾਰ। ਉੱਥੇ ਗੰਢਾ ਅਚਾਰ ਸੰਗਤਾਂ ਨੂੰ ਵਰਤਾਇਆ। ਗੁਰ ਅਵਤਾਰ ਪੈਗੰਬਰਾਂ ਨੇ ਵੀ ਜਿਹੜਾ ਗੁਰਸਿੱਖਾਂ ਤੋਂ ਭੋਰਾ ਡਿੱਗ ਗਿਆ ਨਾ ਉਹ ਚੱਕ ਕੇ ਖਾਧਾ। ਖੁਸ਼ੀਆਂ ਵਿੱਚ ਖਾ ਕੇ ਗੰਢਾ ਅਚਾਰ। ਖੁਸ਼ੀਆਂ ਰਹੇ ਮਨਾਈਆ। ਭੁੱਖਿਆਂ ਕਾਰਜਾ ਪਾਰ ਦੁਖੀਆਂ ਦੁੱਖ ਗਵਾਈਆ। ਅੱਗੇ ਜੇ ਭਗਤ ਜੰਮੇ ਤੇਰੀ ਧਾਰ। ਅਸੀਂ ਜਿਹੜੀਆਂ ਖਾਸ ਕਰਕੇ ਮਾਵਾਂ ਦੀ ਗੱਲ ਆਉਂਦੀ ਆ। ਹੁਣ ਤੁਸੀਂ ਆਪ ਸੋਚ ਲਓ ਤੁਹਾਡੇ ਜਿਹੜੇ ਬੱਚੇ ਆਪਣੇ ਹੀ ਆ ਸਾਰੇ, ਅਸੀਂ ਉਹਨਾਂ ਨੂੰ ਕੋਈ ਸਿੱਖਿਆ ਦਿੰਦੇ ਹਾਂ? ਤੁਹਾਡੇ ਆਪਣੇ ਤੇ ਸਾਰੀ ਗੱਲ ਆਉਂਦੀ ਹੈ। ਪਰਮੇਸ਼ਰ ਨੇ ਕਹਿਤਾ ਅੱਗੇ ਜੇ ਭਗਤ ਜਨਮੇ ਤੇਰੀ ਧਾਰ। ਧੁਰ ਦੀ ਧਾਰ ਵਿੱਚੋਂ ਪ੍ਰਗਟਾਈ ਆ। ਦਰ ਦਰ ਨਾ ਕਰੇ ਖੁਆਰ। ਘਰ ਘਰ ਨਾ ਕਦੇ ਭਵਾਈ ਆ। ਅਗਲਾ ਕਰ ਕੌਲ ਇਕਰਾਰ। ਧੁਰ ਦਾ ਹੁਕਮ ਸੁਣਾਈ ਆ। ਜੋਤੀ ਜੋ ਸਰੂਪਾ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਾਰ। ਸੱਚ ਦਾ ਹੁਕਮ ਇੱਕ ਵਰਤਾਈ ਆ। ਗੁਰ ਅਵਤਾਰ ਪੈਗੰਬਰ ਕਹਿਣ ਸ਼ਗਨ ਪਿਆ ਰਾਵੀ ਕੰਢਾ। ਰਵੀ ਦਾ ਗਵਾਈਆ। ਰਾਵੀ ਕੰਢੇ ਸ਼ਗਨ ਪਿਆ। ਰਵੀ ਨੇ ਗਵਾਹੀ ਪਾਈ। ਰਵੀ ਕੌਣ? ਰਵਿਦਾਸ ਗਿਆਨੀ ਗੁਰਮੁਖ ਸਿੰਘ ਲਿਖਦਾ ਸੀ। ਉਹਦੀ ਗਵਾਹੀ ਰੱਖ ਲਈ ਮਹਾਰਾਜ ਨੇ। ਗੁਰ ਅਵਤਾਰ ਪੈਗੰਬਰ ਕਹਿਣ ਸ਼ਗਨ ਪਿਆ ਰਾਵੀ ਕੰਢਾ। ਰਵੀ ਦਾ ਗਵਾਈਆ। ਖੇਲ ਵੇਖੇ ਸੂਰੀਆ ਚੰਦਾ। ਸਤਾਰ ਅੱਖ ਟਕਾਈਆ। ਵੇਸ ਧਰ ਵਾਸੀ ਪੁਰੀ ਆਨੰਦਾ। ਵੇਸ ਧਰਿਆ ਹੁਣ ਪਰਮੇਸ਼ਰ ਨੇ ਆ ਕੇ। ਵੇਸ ਧਰ ਵਾਸੀ ਪੁਰੀ ਆਨੰਦਾ।
आनंद विच एक जनाई आ। उसने खेल दस्या पिछला लहना, जो गोविंद नाल संगा सगला संग विखाई आ। जिस वेले पुरी आनंद छड्डिया ते गुरमुखां हथ फड़ाया, टुकड़ा अचार ते कच्चा गंढा, भोजन माता गुजरी आप वरताई आ। जिहड़ा काम माता गुजरी ने उत्थे कीता, वो परमेश्वर ने आके वो विहार पूरा किया। ज्योति जोत रूपार आप अपनी कृपा कर, सद अपना खेल विखाईया। गुर अवतार पैगंबर कहन, 70 सिखां ने लैके दान, झोली लई भराई आ। नाले कहा गोविंद तेरा पकवान, सानू दे रजाई आ। चारों कूट मार ध्यान, वेखण नैन उठाई आ। फेर आउणा नहीं इस अस्थान। ਅਸੀਂ ਸਾਰੇ ਕਹਿ ਦਿੰਦੇ ਹਾਂ ਆਨੰਦਪੁਰ ਸਾਹਿਬ ਨੂੰ ਜਾਣਾ। ਜਿਹੜੇ 70 ਸਿੱਖ ਸੀ ਉਹਨਾਂ ਨੇ ਉਦੋਂ ਲਾਈਨ ਖਿੱਚਤੀ ਬਈ ਗੋਬਿੰਦ ਪਾਤਸ਼ਾਹ ਦੇ ਨਾਲ ਜਦੋਂ ਉਹ ਆਨੰਦਪੁਰ ਸਾਹਿਬ ਛੱਡਿਆ, ਅਸੀਂ ਦੁਬਾਰੇ ਨਹੀਂ ਇੱਥੇ ਆਉਣਾ। ਅਸੀਂ ਕੀ ਗੱਲ फेर आउणा नहीं इस स्थान, पूरी आनंद ना कोई सुहाई आ। माता गुजरी शब्द सुनिया बिना कान, कन्ना विच जनाई आ। 36 युग दा जगत ज्ञान, 36 युग दा जगत ज्ञान दी गल आ। 36 युग दा जगत ज्ञान, नानक निर्गुण सरगुण दैद रड़ाई आ। खेले खेल श्री भगवान, हर करता बेपरवाही आ। ज्योति जो स्वरूपार आप अपनी कृपा कर, देवन हारा तुरदावार, सच अपनी कार कमाई आ। गुर अवतार पैगंबर कहन, जिस वेले पुरी आनंद छड्डिया, छड्डी आसा जग। गुर अवतार बयान दे रहे आ। गुर अवतार पैगंबर कहन, जिस वेले पुरी आनंद छड्डिया, छड्डी आसा जग। गोविंद मुख ते पड़दा पाके गज्जिया, गोविंद मुख ते पड़दा पाके गज्जिया। वड बण सुरा सरबंग, पुरख अकाले रखी लज्जिया। मैं तेरा नूर अगम्मी चंद, कि जिस कारण मैनू लोक मात सद्दिया। नाम दमामा वजा मरदंग, उस विच ना पवे भंगिया। खुशी करना बंद बंद, ज्योति जो स्वरूपार आप अपनी कृपा कर। देवन हारा साचा वर, सच संदेशा एक सुनाई आ। गोविंद पातशाह ने अकाल पुरख तो वर मंगिया भी मैं आ काम करन लग्या, इहदे विच भंगना ना पई, मेरे ते तरस करी। पुरख अकाल कीता इशारा, शब्द नाल समझाई आ। गोविंद तेरा वेख्या जगत भंडारा, बिन नैना नैन उठाई आ। अज खाली होए दवारा, दर नज़र किछ ना आई आ। जरा इस दी कर विचारा, विचर के दे जनाई आ। एक हलूणा जोर दी मारा, गोविंद नूं दिता हलाई आ। ज्योति जोत दा दे चमकारा, नूर किता रशनाई आ। गोविंद कहा पुरख अकाल मेरी नमस्कारा। गुरु गोबिंद सिंह महाराज ने पुरख अकाल नूं नमस्कार की। वो कहना मेरी नमस्कार आ तैनूं। न्यों न्यों सीस झुकाई आ। जिस वेले 1756 कीता सी पंथ तैयारा। 1756 च गोबिंद पातशाह ने पंथ नूं तैयार किया, अमृत छकाया। जिस वेले 1756 कीता सी पंथ तैयारा, सिख समाज बनाई आ। बनिया सी वरतारा, अपनी दया वरताई आ। ज्योति जो स्वरूपार आप अपनी कृपा कर। देवन हारा तुरदावार, तुर अपना हुक्म वरताई आ। गोविंद कहा प्रभु मेरे विच एक वारी, एक छिन आया सी हंकार।
मैं बोल के दिता सुनाई आ। इस गल नूं विचारना है। असी हंकार दे ही भरे पे हाँ। गोबिंद पातशाह कहंदे एक छिन हंकार आया सी मैनूं। गोबिंद कहा प्रभु मेरे विच एक वारी एक छिन आया सी हंकार। मैं बोल के दिता सुनाई आ। गुर सिखो मैं तुहाडा दातार। देवनहार बेपरवाही आ। आनंदपुर दे भरे भंडार। राणे महाराणे सीस नवाई आ। खिच के नंगी तलवार कटार दिती चमकाई आ। सब नूं दिवां शंगार शत्रु रहण कोई ना पाई आ। फिर हथ मार उत्ते दस्तार कलगी दिती हलाई आ। मैं रूप सची सरकार निर्गुण सरगुण रंग रंगाई आ। पुरख अकाल दीन दयाल झट तूं मैनू झट तू उस वेले मेरे उत्ते पाया भार शब्द शब्द नाल दवाई आ। जदों हंकार आ गया परमेश्वर ने गोबिंद पातशाह नूं कहा ऐ गोबिंद पातशाह ये तो भंडार कुछ टाइम दे आ। पुरख अकाल दीन दयाल झट तू उस वेले मेरे उत्ते पाया भार शब्द शब्द नाल दबाई आ। नाले हस के कहा गोविंद तू पुरी आनंद दा 4 दिन दा मुख्तियार। अंत भंडारा रहन कोई ना पाई आ। कित्थे गल जांदी आ असीं घरां विच कही जाने आ मेरा घर आ मेरी जगह आ इहदी। इस गल तो उपर उठिए फिर गल बननी है। फिर तो नाले हस के कहा गोबिंद तू पूरी आनंद दा 4 दिन दा मुख्तियार। अंत भंडारा रहन कोई ना पाई आ। मैं झट 9 वार चरना ते कीती नमस्कार। गोबिंद पातशाह ने अकाल पुरख दे चरना ते 9 वार नमस्कार की। फिर सीस झुकाई आ। प्रभु तू फेर लिया उठाल फर बाहों गले लगाई आ। जिमी तो चुक के इशारा किया ओ वेख कलयुग अंत काल। चारों कूट नगार लगाई आ। फिर वेख्या ओ वेख मेरे भगत दुलारे लाल। लाल अपने रंग रंगाई आ। बिन मेरी कृपा इस चीज़ नूं विचारना। अकाल पुरख कहंदा गोबिंद पातशाह नूं बिन मेरी कृपा मेरे भगतां नूं कोई ना सके खवाल। अवतार पैगंबर गुरु ना कोई वडियाई आ। आद जुगाद दा मैं दलाल विचोला एक अखवाई आ। सचखंड मेरा सच्ची धर्मसाल धर्म द्वारा एक अपजाई आ। जिथे मंगते शाह कंगाल देवनहार तुर दरगाई आ। ज्योति जो स्वरूपा आप अपनी कृपा कर सद अपना हुक्म वरताई आ। इशारा हो गया जी। सैकटरी साहब माफ़ करना है एक लाइन बोलनी है मैं। वीर जी हुणां ने अपने दोपहरे बाणी पढ़ी सी अपने परमिंदर जी ने। एक भगत द्वारे की गल होई आई सी। भगत द्वारा किवें बनिया उत्थे उत्थे गल आउंदी है जी इट दी। गोबिंद पातशाह
ਇੱਟ ਲੈ ਕੇ ਉਹ ਆਨੰਦਪੁਰ ਸਾਹਿਬ ਤੋਂ ਆਪਣੇ ਚੋਲੇ ਵਿੱਚ ਇੱਟ ਛਪਾ ਕੇ ਲੈ ਆਇਆ ਸੀ ਇੱਕ। ਉਹ ਲਿਖਤ ਇੱਧਰ ਉੱਧਰ ਹੋ ਗਈ ਚਲੋ। ਤੇ ਉਹ ਇੱਟ ਸਰਸਾ ਦੇ ਕੰਢੇ ਤੇ ਲਿਆ ਕੇ ਰੱਖੀ। ਉਹਦੇ ਤੇ ਗੋਬਿੰਦ ਪਾਤਸ਼ਾਹ ਨੇ ਸਰਸਾ ਦੇ ਵਿੱਚੋਂ ਉਂਗਲੀ ਦੇ ਨਾਲ ਇੱਕ ਛਿੱਟ ਪਾਣੀ ਦੀ ਪਾਈ। ਇੱਟ ਜ਼ੋਰ ਦੀ ਪਈ ਪਿੱਟ। ਉਹ ਗੋਬਿੰਦ ਪਾਤਸ਼ਾਹ ਨੂੰ ਕਹਿੰਦੀ, ਆ ਗੋਬਿੰਦ ਪਾਤਸ਼ਾਹ ਮੇਰਾ ਅਗਲਾ ਲੇਖ ਲਿਖ। ਗੋਬਿੰਦ ਪਾਤਸ਼ਾਹ ਨੇ ਉਹ ਇੱਟ ਨੂੰ 3 ਵਾਰੀ ਆਪਦੇ ਪੈਰ ਨਾਲ ਠੁਕਰਾਇਆ ਔਰ ਕਿਹਾ, ਹੁਣ ਤੈਨੂੰ ਮੈਂ ਉੱਥੇ ਦੇਵਾਂ ਸਿੱਟ ਜਿੱਥੇ 4 ਵਰਨ ਸੀਸ ਨਵਾਉਣਗੇ। ਉਹ ਇੱਟ ਉੱਥੇ ਲੱਗੀ ਭਗਤ ਦੁਆਰਾ, ਹਰ ਭਗਤ ਦੁਆਰ ਜੇਠੂਵਾਲ ਦੀ ਗੱਲ। ਇੱਥੇ ਹੀ ਖਿਮਾ ਦਾ ਜਾਚਕਾ ਬਾਣੀ ਪੜ੍ਹਦੇ ਹਾਂ, ਵਿਚਾਰ ਦਿੰਦੇ ਹਾਂ, ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਕਿਸੇ ਗੁਰਸਿੱਖ ਦੇ ਮਨ ਨੂੰ ਠੇਸ ਲੱਗੀ ਹੋਵੇ ਤੇ ਮਾफ़ ਕਰਨਾ ਮੈਨੂੰ। ਅਕਾਲ ਪੁਰਖ ਤੋਂ ਹਰ ਬਾਣੀ ਪੜ੍ਹਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੁੰਦੀਆਂ ਹਨ। ਪਰਮੇਸ਼ਰ ਤੋਂ ਆਪ ਸੰਗਤ ਤੋਂ ਮਾफ़ੀ ਚਾਹੁੰਦਾ ਹਾਂ। ਜਕਾਰੇ ਦਾ ਸਾਥ ਦੇਣਾ। ਸੋ ਅੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।